ਸਵਾਗਤ ਹੈ ਸਭ ਦਾ। ਅੱਜ ਆਪਾਂ ਸ਼ੁਰੂ ਕਰਾਂਗੇ ਇੰਗਲਿਸ਼ ਦੇ ਵਿੱਚ ਸਿਨੋਨਿਮ। ਇਹ ਪੰਜਾਬ ਪੁਲਿਸ ਕਾਂਸਟੇਬਲ ਦੇ ਵਿੱਚ, ਸਬ ਇੰਸਪੈਕਟਰ ਦੇ ਵਿੱਚ ਅਤੇ ਹੋਰ ਬਹੁਤ ਸਾਰੇ ਜਿਹੜੇ ਕੰਪੀਟੀਸ਼ਨ ਦੇ ਐਗਜ਼ਾਮ ਨੇ ਉਹਨਾਂ ਦੇ ਵਿੱਚ ਆਮ ਪੁੱਛੇ ਜਾਂਦੇ ਨੇ। ਅੱਜ ਆਪਾਂ ਬਹੁਤ ਜਿਹੜੇ ਜ਼ਰੂਰੀ ਨੇ ਉਹਨਾਂ ਨੂੰ ਡਿਸਕਸ ਕਰਾਂਗੇ। ਅੱਜ ਸ਼ੁਰੂ ਕਰਦੇ ਹਾਂ। ਪਹਿਲਾ, ਡੈਸ਼ ਇਜ਼ ਦਾ ਸਿਨੋਨਿਮ ਆਫ ਜੁਆਇਨ। ਜੁਆਇਨ ਦਾ ਮਤਲਬ ਕੀ ਹੈ? ਰਿਲੀਜ਼, ਅਟੈਚ, ਡਿਸਕਨੈਕਟ ਜਾਂ ਡਿਟੈਚ। ਜੁਆਇਨ ਦਾ ਮਤਲਬ ਹੁੰਦਾ ਜੋੜਨਾ। ਰਿਲੀਜ਼ ਦਾ ਮਤਲਬ ਹੁੰਦਾ ਛੱਡਣਾ। ਡਿਸਕਨੈਕਟ ਦਾ ਮਤਲਬ ਹੁੰਦਾ ਤੋੜਨਾ। ਡੀਟੈਚ ਦਾ ਮਤਲਬ ਵੀ ਅਲੱਗ ਕਰਨਾ ਹੁੰਦਾ ਹੈ। ਤਾਂ ਇੱਥੇ ਜਿਹੜਾ ਕਿਹੜਾ ਬਚਦਾ? ਅਟੈਚ, ਕਿਸੇ ਚੀਜ਼ ਦੇ ਨਾਲ ਅਟੈਚ ਕਰਨਾ, ਜੁਆਇਨ ਕਰਨਾ, ਸੰਬੰਧ ਬਣਾਉਣਾ। ਠੀਕ ਹੈ। ਅਗਲਾ ਵੇਖਦੇ ਹਾਂ। ਡੈਸ਼ ਇਜ਼ ਦਾ ਸਿਨੋਨਿਮ ਆਫ ਅਫੈਕਸ਼ਨ। ਅਫੈਕਸ਼ਨ ਦਾ ਮਤਲਬ ਹੁੰਦਾ ਕਿਸੇ ਪ੍ਰਤੀ ਆਪਣਾ ਲਗਾਵ ਹੋਵੇ, ਪਿਆਰ ਹੋਵੇ, ਆਪਾਂ ਨੂੰ ਵਧੀਆ ਲੱਗਦਾ ਹੋਵੇ। ਤਾਂ ਇਹਦੇ ਵਿੱਚ ਡਿਸਲਾਈਕ ਤਾਂ ਨਹੀਂ ਹੈ, ਹੇਟਡ ਵੀ ਨਹੀਂ ਹੈ। ਡਿਸਲਾਈਕ ਦਾ ਮਤਲਬ ਨਾਪਸੰਦ, ਹੇਟਡ ਦਾ ਮਤਲਬ ਨਫ਼ਰਤ ਕਰਨਾ, ਡਿਸਇੰਟਰਸਟਡ ਜਿਸ ਦੇ ਵਿੱਚ ਆਪਾਂ ਰੁਚੀ ਨਹੀਂ ਰੱਖਦੇ, ਫੌਂਡਨੈਸ ਜਿਸ ਦੇ ਵਿੱਚ ਸਾਨੂੰ ਵਧੀਆ ਲੱਗਦਾ ਹੈ, ਸਾਡੀ ਰੁਚੀ ਹੁੰਦੀ ਹੈ। ਅਤੇ ਇੱਥੇ ਜਿਹੜਾ ਵਰਡ ਬਚਦਾ ਉਹ ਹੈਗਾ ਫੌਂਡਨੈਸ। ਫੌਂਡਨੈਸ ਦਾ ਮਤਲਬ ਹੁੰਦਾ ਕਿਸੇ ਪ੍ਰਤੀ ਜਦੋਂ ਆਪਾਂ ਪਿਆਰ ਜਤਾਈਏ ਜਾਂ ਵਧੀਆ ਲੱਗਦਾ ਹੋਵੇ ਉਸ ਨੂੰ ਕਹਿੰਦੇ ਨੇ। ਅਫੈਕਸ਼ਨ ਦਾ ਸਿਨੋਨਿਮ ਇੱਥੇ ਫੌਂਡਨੈਸ। ਅਗਲਾ ਵਰਡ, ਡੈਸ਼ ਦਾ ਸਿਨੋਨਿਮ ਆਫ ਐਂਸ਼ੀਐਂਟ। ਐਂਸ਼ੀਐਂਟ ਆਪਾਂ ਪੜ੍ਹਦੇ ਜਿਵੇਂ ਐਂਸ਼ੀਐਂਟ ਹਿਸਟਰੀ। ਐਂਸ਼ੀਐਂਟ ਦਾ ਮਤਲਬ ਹੁੰਦਾ ਪੁਰਾਣੀ, ਪੁਰਾਣੀ ਕੋਈ ਵੀ ਚੀਜ਼ ਹੋਵੇ। ਮੋਡਰਨ ਤਾਂ ਨਹੀਂ ਆਊਗੀ, ਓਲਡ ਫੈਸ਼ਨਡ ਆ ਜਾਊਗਾ। ਠੀਕ ਹੈ। ਨਿਊ ਦਾ ਮਤਲਬ ਨਵਾਂ, ਰੀਸੈਂਟ ਦਾ ਮਤਲਬ ਹੁਣੇ ਹੁਣੇ ਆਇਆ ਹੁੰਦਾ। ਓਲਡ ਫੈਸ਼ਨਡ ਜਿਹੜਾ ਉਹ ਐਂਸ਼ੀਐਂਟ ਦਾ ਸਿਨੋਨਿਮ ਹੈ। ਅਗਲਾ ਵਰਡ, ਪੈਲੇਟੇਬਲ। ਪੈਲੇਟੇਬਲ ਕੀ ਹੁੰਦਾ ਹੈ? ਜਿਹੜਾ ਕਿ ਸਹਿਮਤ ਹੋ ਸਕੇ ਜਿਸ ਚੀਜ਼ ਦੇ ਨਾਲ। ਠੀਕ ਹੈ। ਐਗਰੀਏਬਲ ਇਸ ਆਪਸ਼ਨ ਦੇ ਵਿੱਚ ਕਿਹੜਾ ਹੈ? ਐਗਰੀਏਬਲ ਹੈ ਜਿਹੜਾ ਜਿਸ ਨਾਲ ਸਹਿਮਤ ਹੋ ਸਕੀਏ, ਮੰਨਿਆ ਜਾ ਸਕੇ, ਉਹਨੂੰ ਕਹਿੰਦੇ ਨੇ ਪੈਲੇਟੇਬਲ। ਠੀਕ ਹੈ। ਜਿਵੇਂ ਪਹਿਲਾਂ ਇਹਦੇ ਵਿੱਚ ਹੈ ਸਬ ਸਟੈਂਡਰਡ। ਸਟੈਂਡਰਡ ਦੀ ਚੀਜ਼ ਹੁੰਦੀ ਹੈ, ਜਦੋਂ ਉਸਦਾ ਸਬ ਹੋ ਜਾਂਦਾ, ਦੂਸਰਾ ਭਾਗ ਆ ਜਾਂਦਾ ਤਾਂ ਉਹ ਕੀ ਹੋ ਜਾਂਦਾ? ਸਟੈਂਡਰਡ ਤੋਂ ਘੱਟ ਜਾਂਦੀ, ਮਤਲਬ ਘਟੀਆ ਹੋ ਜਾਂਦੀ ਹੈ। ਇਨਫੀਰੀਅਰ ਬਹੁਤ ਬੇਕਾਰ ਚੀਜ਼ ਕਹਿ ਸਕਦੇ ਹਾਂ। ਰੈਸਟ ਵੀ ਇੱਕ ਘਟੀਆ ਚੀਜ਼ ਹੁੰਦੀ ਹੈ। ਅਤੇ ਇੱਥੇ ਜਿਹੜਾ ਆਪਸ਼ਨ ਉਹ ਹੈ ਐਗਰੀਏਬਲ। ਅਗਲਾ, ਡੈਸ਼ ਦਾ ਸਿਨੋਨਿਮ ਆਫ ਡੈਲੀਕੇਟ। ਡੈਲੀਕੇਟ ਕੀ ਹੁੰਦਾ ਹੈ? ਨਾਜ਼ੁਕ ਜਿਹੀ ਚੀਜ਼ ਹੁੰਦੀ ਹੈ। ਫਰਜ਼ਾਈਲ ਜਿਹੜਾ ਆਪਸ਼ਨ ਹੈ, ਫਰਜ਼ਾਈਲ। ਠੀਕ ਹੈ। ਇਹਦਾ ਮਤਲਬ ਹੁੰਦਾ ਜਿਹੜੀ ਚੀਜ਼ ਆਸਾਨੀ ਨਾਲ ਟੁੱਟ ਜਾਵੇ ਜਾਂ ਨਾਜ਼ੁਕ ਬਹੁਤ ਹੋਵੇ, ਉਸ ਨੂੰ ਸੂਖਮ ਵੀ ਕਹਿ ਸਕਦੇ ਹਾਂ। ਜਿਹੜਾ ਸੈਕਿੰਡ ਹੈ ਉਹ ਹੈ ਸਟਰਡੀ। ਸਟਰਡੀ ਦਾ ਮਤਲਬ ਹੁੰਦਾ ਹਾਰਡ, ਬਹੁਤ ਹੀ ਠੋਸ ਹੋਵੇ। ਟਫ ਦਾ ਮਤਲਬ ਬਹੁਤ ਹੀ ਸਖਤ। ਠੀਕ ਹੈ। ਸਟਰੋਂਗ ਦਾ ਮਤਲਬ ਬਹੁਤ ਤਕੜਾ ਜਿਹਾ। ਅਗਲਾ ਵੇਖਦੇ ਹਾਂ, ਮੈਮੋਰੈਂਡਮ। ਮੈਮੋਰੈਂਡਮ ਦਾ ਮਤਲਬ ਹੁੰਦਾ ਜਦੋਂ ਵੀ ਕੋਈ ਪਾਰਟੀ ਹੈ ਜਾਂ ਕੋਈ ਵੀ ਚੀਜ਼ ਹੈ ਉਹ ਗਾਈਡ ਦੀ ਤਰ੍ਹਾਂ ਦੱਸ ਰਹੀ ਹੋਵੇ ਵੀ ਇਸ ਤਰ੍ਹਾਂ ਕਰਨਾ ਹੈ, ਤਾਂ ਉਸ ਦੇ ਵਿੱਚ ਰੂਲ ਰੈਗੂਲੇਸ਼ਨਸ ਵਗੈਰਾ ਲਿਖੇ ਹੁੰਦੇ ਨੇ ਉਸ ਦੇ ਵਿੱਚ। ਤਾਂ ਜਿਹੜਾ ਇਨੋਰਮਸ ਹੈ ਇਹਦਾ ਮਤਲਬ ਤਾਂ ਨੇੜੇ ਤੇੜੇ ਲੱਗਦਾ ਨਹੀਂ ਹੈਗਾ, ਉਹ ਹੁੰਦਾ ਬਹੁਤ ਹੀ ਜ਼ਿਆਦਾ ਵਿਸ਼ਾਲ ਚੀਜ਼ ਦੇ ਵਿੱਚ ਹੋਵੇ, ਬਹੁਤ ਵੱਡਾ ਸਾਰਾ ਹੋਵੇ, ਇਨੋਰਮਸ ਕਹਿੰਦੇ ਨੇ। ਅਤੇ ਐਕਸਟੈਂਸਿਵ ਵੀ ਹੁੰਦਾ ਜਿਹੜਾ ਬਹੁਤ ਹੀ ਲਾਰਜ ਹੋਵੇ, ਵੱਡਾ ਹੋਵੇ। ਮੈਸਿਵ ਵੀ ਜ਼ਿਆਦਾ ਚੀਜ਼ ਹੁੰਦੀ ਜਿਹੜੀ। ਅਤੇ ਇੱਥੇ ਬਚਦਾ ਡਾਇਰੈਕਟਿਵ। ਡਾਇਰੈਕਟਿਵ ਦਾ ਮਤਲਬ ਹੈ ਜਿਸ ਦੇ ਵਿੱਚ ਇੱਕ ਤਰ੍ਹਾਂ ਨੋਟਸ ਹੁੰਦੇ ਨੇ, ਜਿਸ ਦੇ ਵਿੱਚ ਦੱਸਿਆ ਜਾਂਦਾ ਹੈ, ਪਲਾਨਸ ਦੱਸੇ ਜਾਂਦੇ ਨੇ, ਰੂਲਸ ਦੱਸੇ ਜਾਂਦੇ ਨੇ, ਗਾਈਡ ਦੀ ਤਰ੍ਹਾਂ ਹੀ ਯੂਜ਼ ਕਰ ਸਕਦੇ ਹਾਂ। ਅਗਲਾ ਵੇਖਦੇ ਹਾਂ, ਐਰਰ। ਈਜੀ ਹੈ, ਰਿਕੁਐਸਟ ਤਾਂ ਨਹੀਂ ਹੋਊਗੀ, ਮਿਸਟੇਕ ਹੁੰਦੀ ਹੈ ਐਰਰ। ਠੀਕ ਹੈ। ਇਨਫੋਰਮ ਦਾ ਮਤਲਬ ਦੱਸਣਾ, ਰਾਈਟ ਦਾ ਮਤਲਬ ਲਿਖਣਾ, ਐਰਰ ਦੀ ਹੈ ਮਿਸਟੇਕ। ਅਗਲਾ ਵੇਖਦੇ ਹਾਂ, ਡੈਸ਼ ਦਾ ਸਿਨੋਨਿਮ ਆਫ ਐਕਸੈਂਟਰਿਕ। ਐਕਸੈਂਟਰਿਕ ਦਾ ਮਤਲਬ ਹੁੰਦਾ ਹੈ ਇੱਕ ਸੈਂਟਰ ਦੇ ਵਿੱਚ ਹੁੰਦੀ ਚੀਜ਼ ਆ, ਜਦੋਂ ਸੈਂਟਰ ਤੋਂ ਪਰਾਂ ਹੋ ਜਾਂਦੀ ਹੈ, ਮਤਲਬ ਕਿ ਅਲੱਗ ਹੋ ਜਾਂਦੀ ਹੈ, ਆਮ ਰਾਹਾਂ 'ਤੇ ਨਹੀਂ ਚੱਲਦਾ ਜਿਹੜਾ, ਉਹ ਕੀ ਹੋ ਜਾਂਦਾ? ਐਕਸੈਂਟਰਿਕ। ਇੱਥੇ ਵਿਜ਼ਾਰ ਹੈ ਜਿਹੜਾ, ਵਿਜ਼ਾਰ ਦਾ ਮਤਲਬ ਹੁੰਦਾ ਹੈ ਜੋ ਸਟਰੇਂਜ ਜਿਹਾ ਹੋਵੇ, ਅਲੱਗ ਜਿਹਾ ਹੋਵੇ ਬਾਕੀਆਂ ਦੇ ਨਾਲੋਂ, ਕਾਮਨ ਨਹੀਂ ਹੋਊਗਾ, ਯੂਜ਼ਲ ਨਹੀਂ ਹੋਊਗਾ ਅਤੇ ਬੋਰਿੰਗ ਨਹੀਂ ਹੋਊਗਾ, ਉਹ ਇੰਟਰਸਟਿੰਗ ਹੋਊਗਾ ਅਤੇ ਅਲੱਗ ਹੋਊਗਾ। ਅਗਲਾ ਵੇਖਦੇ ਹਾਂ, ਬ੍ਰਿਟਲ। ਬ੍ਰਿਟਲ ਦਾ ਮਤਲਬ ਹੁੰਦਾ ਜਿਹੜੀ ਚੀਜ਼ ਆਸਾਨੀ ਨਾਲ ਤੋੜੀ ਜਾ ਸਕੇ। ਬ੍ਰੇਕੇਬਲ ਇਸ ਦਾ ਜਿਹੜਾ ਸਿਨੋਨਿਮ ਹੈ, ਇੰਟੈਲੀਜੈਂਟ ਨਹੀਂ ਹੋਊਗਾ, ਬਰਾਈਟ ਨਹੀਂ ਹੋਊਗਾ ਅਤੇ ਟਫ ਨਹੀਂ ਹੋਊਗਾ। ਠੀਕ ਹੈ। ਨਾਜ਼ੁਕ ਜਿਹੀ ਚੀਜ਼ ਕਹਿ ਸਕਦੇ ਹਾਂ ਜਾਂ ਤੋੜੀ ਜਾ ਸਕਦੀ ਹੈ। ਇਨਫਲੈਕਸੀਬਲ ਹੁੰਦੀ ਜਿਹੜੀ, ਇੱਕ ਤਾਂ ਫਲੈਕਸੀਬਲ ਹੁੰਦੀ ਮੁੜ ਜਾਂਦੀ ਹੈ, ਇਨਫਲੈਕਸੀਬਲ ਮਤਲਬ ਟੁੱਟ ਜਾਣ ਵਾਲੀ। ਠੀਕ ਹੈ। ਅਗਲਾ ਵੇਖਦੇ ਹਾਂ, ਲਾਂਚ। ਲਾਂਚ ਦਾ ਮਤਲਬ ਹੁੰਦਾ ਹੈ ਲੈ ਕੇ ਆਉਣਾ ਕਿਸੇ ਨੂੰ ਪਹਿਲੀ ਵਾਰ, ਇਨੀਸ਼ੀਏਟ ਜਾਂ ਇਨੈਗੂਰੇਟ ਕਰਨਾ। ਇਨੈਗੂਰੇਟ ਇਹਦਾ ਸਿਨੋਨਿਮ ਹੈ। ਸੀਜ਼ ਦਾ ਮਤਲਬ ਹੁੰਦਾ ਬੰਦ ਕਰਨਾ। ਕਨਕਲੂਡ ਦਾ ਮਤਲਬ ਹੁੰਦਾ ਐਂਡ ਕਰਨਾ। ਮਾਰਚ ਦਾ ਮਤਲਬ ਹੁੰਦਾ ਜਦੋਂ ਵੀ ਕੋਈ ਫੌਜ ਆ ਜਾਂ ਕੋਈ ਧਰਨੇ ਵਾਲੇ ਨੇ ਤਾਂ ਉਹ ਮਾਰਚ ਕਰਦੇ ਨੇ ਕਿਸੇ ਦੇ ਵਿਰੋਧ ਦੇ ਵਿੱਚ। ਇਨੈਗੂਰੇਟ ਦਾ ਮਤਲਬ ਹੈ ਕਿਸੇ ਵੀ ਚੀਜ਼ ਨੂੰ ਲੈ ਕੇ ਆਉਣਾ ਜਾਂ ਸਾਹਮਣੇ ਲੈ ਕੇ ਆਉਣਾ, ਪਹਿਲੀ ਵਾਰ ਲਾਂਚ ਕਰਨਾ। ਅਗਲਾ ਵੇਖਦੇ ਹਾਂ, ਟਰੈਜਿਕ। ਟਰੈਜਡੀ ਤੋਂ ਬਣਿਆ ਟਰੈਜਿਕ। ਟਰੈਜਿਕ ਕਿਹੜੀ ਘਟਨਾ ਹੁੰਦੀ ਹੈ ਜਿਹੜੀ ਕਿ ਡਰੈਡਫੁਲ ਹੋਵੇ, ਇੱਕ ਇਮੋਸ਼ਨਲ ਜਿਹੀ ਸਿਚੁਏਸ਼ਨ ਹੁੰਦੀ ਹੈ। ਡਿਲਾਈਟਫੁਲ
ਹੈਪੀ ਵਾਲੀ ਇੰਜੋਇਮੈਂਟ ਵਾਲੀ ਤਾਂ ਨਹੀਂ ਹੁੰਦੀ, ਹੈਪੀ ਵਾਲੀ ਵੀ ਨਹੀਂ ਹੁੰਦੀ, ਅਤੇ ਫੋਰਚੂਨੇਟ ਤਾਂ ਕਿਸਮਤ ਹੀ ਹੋ ਗਿਆ ਨਾ। ਤਾਂ ਇੱਥੇ ਜਿਹੜੀ ਵੱਜਦੀ ਹੈ ਡ੍ਰੈਡਫੁਲ। ਡ੍ਰੈਡਫੁਲ ਦਾ ਮਤਲਬ ਹੈ ਜਿਹੜੀ ਹੌਰੀਫਿਕ ਹੋਵੇ, ਡਰਾਵਨੀ ਜਿਹੀ ਹੋਵੇ, ਅਤੇ ਅਲੱਗ ਜਿਹੀ ਹੋਵੇ, ਰਿਸਕੀ ਹੋਵੇ, ਡੇਂਜਰਸ ਜਿਹੀ ਹੋਵੇ, ਠੀਕ ਹੈ, ਖਤਰੇ ਜਿਹੇ ਵਾਲੀ ਹੋਵੇ, ਟਰੈਜਿਕ ਦਾ ਡ੍ਰੈਡਫੁਲ। ਅਗਲਾ ਵੇਖਦੇ ਹਾਂ ਕੌਨਸੈਂਟ ਦਾ ਜਿਹੜਾ ਸਿਨੋਨਿਮ ਉਹ ਆਪਾਂ ਕਿਵੇਂ ਲੱਭਾਂਗੇ। ਉਹ ਪਹਿਲਾ ਆਪਸ਼ਨ ਹੈ ਡਿਸਐਗਰੀਮੈਂਟ, ਜਿਸ ਦਾ ਮਤਲਬ ਹੈ ਅਸਹਿਮਤੀ, ਜਿੱਥੇ ਆਪਾਂ ਸਹਿਮਤ ਨਹੀਂ ਹੁੰਦੇ। ਅਪਰੂਵਲ, ਜਿੱਥੇ ਸਹਿਮਤ ਹੁੰਦੇ ਹਾਂ, ਮਨਜ਼ੂਰੀ ਦਿੰਦੇ ਹਾਂ। ਤੀਜਾ ਹੈ ਫਾਈਟ, ਲੜਾਈ ਕਰਨਾ। ਤੀਜਾ ਹੈ ਰਿਜੈਕਸ਼ਨ, ਕਿਸੇ ਚੀਜ਼ ਨੂੰ ਰਿਜੈਕਟ ਕਰਨਾ, ਮਨਾ ਕਰਨਾ। ਤਾਂ ਕੌਨਸੈਂਟ ਕੀ ਹੈ, ਇੱਕ ਤਰ੍ਹਾਂ ਦਾ ਅਪਰੂਵਲ ਹੈ, ਮਨਜ਼ੂਰੀ ਦੇਣਾ ਹੁੰਦਾ ਹੈ, ਠੀਕ ਹੈ। ਕਿਸੇ ਵੀ ਆਪਾਂ ਕਹਿ ਦਿੰਦੇ ਵੀ ਕੌਨਸੈਂਟ ਲੈ ਕੇ ਆਓ ਓਫੀਸ਼ੀਅਲ ਬੰਦੇ ਦੀ, ਤਾਂ ਉਹ ਅਪਰੂਵਲ ਹੁੰਦੀ ਹੈ। ਅਗਲਾ ਵੇਖਦੇ ਹਾਂ ਵਿਚ ਆਫ ਦੀ ਫੋਲੋਇੰਗ ਹੈਜ਼ ਦਾ ਸੇਮ ਮੀਨਿੰਗ ਐਜ਼ ਦਾ ਵਰਡ ਐਨਾਲਾਈਜ਼। ਐਨਾਲਾਈਜ਼ ਤਾਂ ਆਪਾਂ ਬਹੁਤ ਸੁਣਦੇ ਹਾਂ, ਇਸ ਦਾ ਮਤਲਬ ਕੀ ਹੁੰਦਾ ਹੈ, ਇਨਸਪੈਕਟ ਕਰਨਾ। ਇਸ ਦਾ ਮਤਲਬ ਹੈ ਕਿ ਕਿਸੇ ਵੀ ਚੀਜ਼ ਦੀ ਆਪਾਂ ਖੋਜ ਕਰਨੀ ਹੈ, ਪੜਤਾਲ ਕਰਨੀ ਹੈ, ਤਾਂ ਉਦੋਂ ਆਪਾਂ ਇਨਸਪੈਕਸ਼ਨ ਕਰਦੇ ਹਾਂ। ਇਨਸਪੈਕਸ਼ਨ ਦਾ ਮਤਲਬ ਇਹੀ ਹੁੰਦਾ ਕਿਸੇ ਚੀਜ਼ ਦੇ ਬਾਰੇ ਭਾਲ ਕਰਨੀ, ਖੋਜ ਕਰਨੀ। ਤਾਂ ਜਿਹੜਾ ਅਗਲਾ ਉਹ ਗੈਟ ਐਂਗਰੀ ਹੈ, ਗੁੱਸਾ ਤਾਂ ਨਹੀਂ ਹੁੰਦਾ। ਟੂ ਪਲੇ, ਖੇਡਣਾ ਵੀ ਨਹੀਂ ਹੁੰਦਾ। ਟੂ ਐਂਡ, ਖਤਮ ਕਰਨਾ ਵੀ ਨਹੀਂ ਹੁੰਦਾ। ਅਗਲਾ ਵੇਖਦੇ ਹਾਂ ਵਿੰਟੇਜ। ਵਿੰਟੇਜ ਦਾ ਮਤਲਬ ਹੁੰਦਾ ਹੈ ਇੱਕ ਕਲਾਸੀਕਲ ਚੀਜ਼ ਹੁੰਦੀ ਹੈ, ਕਲਾਸਿਕ ਜਿਹੀ ਚੀਜ਼ ਹੁੰਦੀ ਹੈ। ਜਿਵੇਂ ਕਿ ਇੱਥੇ ਆਪਸ਼ਨ ਦੇ ਵਿੱਚ ਹੈ ਐਂਟੀਕ। ਐਂਟੀਕ ਵੀ ਕੀ ਹੈ, ਇੱਕ ਪੁਰਾਣੀ ਜਾਂ ਇੱਕ ਸ਼ਾਹੀ ਜਿਹੀ ਚੀਜ਼ ਹੁੰਦੀ ਹੈ, ਉਹਨੂੰ ਕਹਿੰਦੇ ਨੇ। ਕੋਈ ਫਰੈਸ਼ ਨਹੀਂ ਹੁੰਦੀ, ਨਿਊ ਨਹੀਂ ਹੁੰਦੀ, ਹਾਈਟੈਕ ਨਹੀਂ ਹੁੰਦੀ। ਜਿਵੇਂ ਕਿ ਪੁਰਾਣੇ ਟਾਈਮ 'ਚ ਆਪਾਂ ਕਹਿ ਦਿੰਦੇ ਹਾਂ ਵੀ ਉਹਨਾਂ ਨੂੰ ਆਪਾਂ ਕਲਾਸੀਕਲ ਕਹਿੰਦੇ ਹਾਂ, ਠੀਕ ਹੈ। ਅਗਲਾ ਵੇਖਦੇ ਹਾਂ ਵਟ ਇਜ਼ ਦਾ ਸਿਨੋਨਿਮ ਆਫ ਹੌਰੀਬਲ। ਹੌਰੀਬਲ ਦਾ ਮਤਲਬ ਡਰਾਵਨਾ ਜਿਹਾ ਹੁੰਦਾ ਹੈ, ਭਿਆਨਕ ਜਿਹਾ ਹੁੰਦਾ ਹੈ। ਤਾਂ ਆਪਾਂ ਬਹੁਤ ਵਾਰੀ ਸੁਣਿਆ ਹੌਰੀਬਲ ਤਾਂ। ਇਹਦਾ ਹੈਗਾ ਸਿਨੋਨਿਮ ਆਫੁਲ। ਐਗਰੀਏਬਲ ਤਾਂ ਨਹੀਂ ਹੋਊਗਾ, ਪਲੈਜ਼ੈਂਟ ਵੀ ਨਹੀਂ ਹੋਊਗਾ, ਅਤੇ ਵੋਸਟ ਵੀ ਨਹੀਂ ਹੋਊਗਾ। ਵੋਸਟ ਦਾ ਮਤਲਬ ਹੁੰਦਾ ਇੱਕ ਖਰਾਬ ਜੀ ਸਿਚੁਏਸ਼ਨ, ਠੀਕ ਹੈ, ਖਰਾਬ ਜਾਂ ਕੁਛ ਵੀ ਬੇਕਾਰ ਜੀ। ਪਲੈਜ਼ੈਂਟ ਹੁੰਦਾ ਮਤਲਬ ਕਿ ਖੁਸ਼ੀ ਵਾਲਾ, ਇੰਜੋਇਮੈਂਟ ਵਾਲਾ, ਵਧੀਆ। ਐਗਰੀਏਬਲ ਸਹਿਮਤੀ। ਤਾਂ ਆਫੁਲ ਜਿਹੜਾ ਇੱਥੇ ਬਣਦਾ ਹੈ ਹੌਰੀਬਲ ਦਾ। ਵਾਟ ਇਜ਼ ਦਾ ਸਿਨੋਨਿਮ ਆਫ ਕੈਮੋਫਲੈਜ। ਕੈਮੋਫਲੈਜ ਦਾ ਮਤਲਬ ਕੀ ਹੁੰਦਾ ਹੈ, ਕਿਸੇ ਵੀ ਚੀਜ਼ ਨੂੰ ਲੁਕੋ ਲੈਣਾ, ਲੁਕੋ ਕੇ ਰੱਖਣਾ, ਠੀਕ ਹੈ, ਹਾਈਡ ਕਰ ਲੈਣਾ। ਰਸ਼ ਦਾ ਮਤਲਬ ਹੈ ਕੋਈ ਵੀ ਮੂਵਮੈਂਟ ਹੋਣੀ ਤੇਜ਼ੀ ਦੇ ਵਿੱਚ, ਆਪਾਂ ਕਹਿੰਦੇ ਬਹੁਤ ਰਸ਼ ਹੋ ਗਿਆ, ਠੀਕ ਹੈ। ਅਗਲਾ ਵੇਖਦੇ ਹਾਂ ਐਕਸਲਰੇਟ ਕਰਨਾ। ਐਕਸਲਰੇਟ ਕਰਨਾ ਕਿਸੇ ਵੀ ਚੀਜ਼ ਨੂੰ ਸਪੀਡ ਦੇ ਵਿੱਚ ਵਾਧਾ ਕਰਨਾ। ਜਿਵੇਂ ਆਪਾਂ ਮੋਟਰਸਾਈਕਲ ਨੂੰ ਕਰਦੇ ਹਾਂ ਐਕਸਲਰੇਟ, ਅੱਗੇ ਨੂੰ ਵਧਾਉਣ ਵਾਸਤੇ। ਬਸਲ ਦਾ ਮਤਲਬ ਹੁੰਦਾ ਹੈ ਇਹ ਵੀ ਮੂਵਮੈਂਟ ਹੁੰਦੀ ਹੈ ਇੱਕ ਤਰ੍ਹਾਂ ਦੀ, ਚਹਿਲ ਪਹਿਲ ਕਹਿ ਦਿੰਦੇ ਹਾਂ ਜਿਹਨੂੰ ਆਪਾਂ, ਹਸਲ ਬਸਲ, ਠੀਕ ਹੈ। ਅਗਲਾ ਕੈਪੇਬਲ। ਕੈਪੇਬਲ ਹੁੰਦਾ ਯੋਗ, ਜਿਹੜਾ ਵੀ ਕਿਸੇ ਚੀਜ਼ ਵਾਸਤੇ ਸੂਟੇਬਲ ਹੋਵੇ। ਕੰਪੀਟੈਂਟ ਜਿਹੜਾ ਉਹ ਕੀ ਹੁੰਦਾ ਹੈ, ਜੋ ਸਕਿੱਲ ਹੁੰਦੀ ਜਿਹਦੇ ਵਿੱਚ, ਠੀਕ ਹੈ, ਕਿਸੇ ਵੀ ਪ੍ਰਕਾਰ ਦਾ ਸਕਿੱਲ ਹੋ ਸਕਦਾ ਉਸ ਦੇ ਵਿੱਚ, ਅਤੇ ਉਹ ਕੰਪੀਟੈਂਟ ਜਿਹੜਾ ਕੇਪੇਬਲ ਹੋਊਗਾ, ਯੋਗ ਹੋਊਗਾ, ਉਹ ਕਰ ਸਕਦਾ ਹੋਊਗਾ। ਪ੍ਰਾਊਡ ਦਾ ਮਤਲਬ ਗਰਵ ਕਰਨਾ ਹੁੰਦਾ ਹੈ, ਅਤੇ ਇਨੈਪਟ ਦਾ ਮਤਲਬ ਇਹ ਹੁੰਦਾ ਵੀ ਜਿਹੜਾ ਅਯੋਗ ਹੁੰਦਾ ਹੈ, ਇਨਐਕਸਪੀਰੀਅੰਸ ਹੁੰਦਾ ਜਿਹਦੇ ਵਿੱਚ, ਅਤੇ ਸੂਟੇਬਲ ਨਹੀਂ ਹੁੰਦਾ ਹੈਗਾ, ਠੀਕ ਹੈ। ਅਨਟ੍ਰੇਨਡ, ਜਿਹੜਾ ਟ੍ਰੇਨਡ ਨਹੀਂ ਹੈ। ਪਰਫੈਕਟ ਆ ਗਿਆ ਅਗਲਾ ਵਰਡ। ਪਰਫੈਕਟ ਦਾ ਮਤਲਬ ਕੀ ਹੋਊਗਾ, ਆਈਡੀਅਲ, ਇਨਫੀਰੀਅਰ, ਬੈਡ, ਪੂਅਰ। ਪੂਅਰ ਵੀ ਨਹੀਂ ਹੈ, ਬੈਡ ਵੀ ਨਹੀਂ ਹੈ। ਪਰਫੈਕਟ ਦਾ ਮਤਲਬ, ਇਨਫੀਰੀਅਰ ਦਾ ਮਤਲਬ ਹੁੰਦਾ ਜੋ ਆਪਾਂ ਕਹਿੰਦੇ ਨੇ ਵੀ ਨੀਵਾਂ ਹੈ, ਘੱਟ ਹੈ। ਤਾਂ ਆਈਡੀਅਲ ਹੈ, ਆਪਾਂ ਮੰਨਦੇ ਹੁੰਦੇ ਹਾਂ ਵੀ ਆਈਡੀਅਲ ਹੈ ਇੱਕ ਤਰ੍ਹਾਂ ਦਾ, ਜਿਹਨੂੰ ਆਪਾਂ ਗੁਰੂ ਮੰਨ ਸਕਦੇ ਹਾਂ, ਇੱਕ ਤਰ੍ਹਾਂ ਦਾ ਹੀਰੋ ਵੀ ਮੰਨ ਸਕਦੇ ਹਾਂ। ਪਰਫੈਕਟ ਹੈ ਜਿਸ ਨੂੰ ਆਪਾਂ ਕਹਿੰਦੇ ਹਾਂ, ਠੀਕ ਹੈ, ਆਈਡੀਅਲ ਹੈ ਪਰਫੈਕਟ ਦਾ। ਅਗਲਾ ਹੈ ਅਪਲਾਉਡਡ। ਅਪਲਾਉਡਡ ਦਾ ਮਤਲਬ ਹੁੰਦਾ ਹੈ ਕਿਸੇ ਦੀ ਪ੍ਰੇਜ਼ ਕਰਨਾ। ਜਦੋਂ ਕ੍ਰਿਕਟ ਦੇ ਵਿੱਚ ਖਿਡਾਰੀ ਛਿੱਕਾ ਮਾਰਦਾ, ਸਿਕਸ ਮਾਰਦਾ, ਤਾਂ ਉਦੋਂ ਸਾਰੇ ਤਾੜੀਆਂ ਮਾਰਦੇ ਨੇ, ਰੌਲਾ ਪੈ ਜਾਂਦਾ, ਤਾਂ ਉਹ ਇੱਕ ਤਰ੍ਹਾਂ ਦੀ ਅਪਲਾਉਡਡ ਹੋ ਜਾਂਦਾ, ਪ੍ਰੇਜ਼ ਕਰਦੇ ਨੇ ਉਹ। ਪਹਿਲਾ ਆਪਸ਼ਨ ਦੇ ਵਿੱਚ ਕੀ ਸੀਗਾ, ਪੇਸ਼ੈਂਸ। ਪੇਸ਼ੈਂਸ ਤਾਂ ਨਹੀਂ ਹੁੰਦੀ, ਸਬਰ ਨਹੀਂ ਦਿਖਾਉਂਦਾ। ਡਿਫੀਟ, ਹਾਰ ਵੀ ਨਹੀਂ ਹੁੰਦੀ। ਟੂ ਇਨਕਰੀਜ਼, ਵਾਧਾ ਵੀ ਨਹੀਂ ਹੁੰਦਾ, ਪ੍ਰੇਜ਼ ਹੁੰਦੀ ਹੈ। ਅਗਲਾ ਹੈ ਜਾਇੰਟ। ਜਾਇੰਟ ਦਾ ਮਤਲਬ ਹੁੰਦਾ ਹੈ ਬਹੁਤ ਵੱਡਾ, ਠੀਕ ਹੈ। ਜਾਇੰਟ ਦਾ ਮਤਲਬ ਹੁੰਦਾ ਹਿਊਜ, ਬਹੁਤ ਵੱਡਾ। ਹਾਰਡ, ਸਖਤ ਨਹੀਂ ਹੁੰਦਾ। ਹੌਟ, ਗਰਮ ਵੀ ਨਹੀਂ ਹੁੰਦਾ। ਅਤੇ ਗ੍ਰੇਟ, ਮਹਾਨ ਵੀ ਨਹੀਂ ਹੁੰਦਾ। ਇਹ ਹੁੰਦਾ ਹਿਊਜ। ਹਿਊਜ ਦਾ ਮਤਲਬ ਹੁੰਦਾ ਬਹੁਤ ਵੱਡਾ, ਵਿਸ਼ਾਲ। ਅਗਲਾ ਹੈਗਾ ਫੋਬੀਆ। ਫੋਬੀਆ ਦਾ ਮਤਲਬ ਹੁੰਦਾ ਹੈ ਫੀਅਰ ਆਫ ਸਮਥਿੰਗ, ਕਿਸੇ ਵੀ ਚੀਜ਼ ਤੋਂ ਡਰ। ਜਿਵੇਂ ਆਪਾਂ ਕੀ ਪੜ੍ਹਦੇ ਹਾਂ ਹਾਈਡਰੋਫੋਬੀਆ, ਐਕਰੋਫੋਬੀਆ, ਠੀਕ ਹੈ। ਇਹ ਸਾਰੇ ਜਿਹੜੇ ਫੋਬੀਆ ਨੇ, ਇਹਦਾ ਮਤਲਬ ਹੈ ਡਰ ਕਿਸੇ ਵੀ ਚੀਜ਼ ਦਾ। ਹਾਈਡਰੋਫੋਬੀਆ ਦਾ ਮਤਲਬ ਪਾਣੀ ਤੋਂ ਡਰਦਾ ਹੁੰਦਾ ਜਿਹੜਾ। ਲਾਈਕਿੰਗ ਫॉर ਸਮਥਿੰਗ, ਇਹ ਕਿਸੇ ਚੀਜ਼ ਨੂੰ ਪਸੰਦ ਕਰਨਾ, ਇਹ ਵੀ ਨਹੀਂ ਹੈ। ਹੈਪੀ ਅਬਾਊਟ ਸਮਥਿੰਗ, ਕਿਸੇ ਵਾਸਤੇ ਖੁਸ਼ ਵੀ ਨਹੀਂ ਹੈ। ਇੰਟਰਸਟਡ ਇਨ ਸਮਥਿੰਗ, ਕਿਸੇ ਚੀਜ਼ ਦੇ ਵਿੱਚ ਰੁਚੀ ਆ, ਉਹ ਵੀ ਨਹੀਂ ਹੈ। ਅਗਲਾ ਵੇਖਦੇ ਹਾਂ ਐਕੁਇਟ। ਐਕੁਇਟ ਦਾ ਮਤਲਬ ਹੁੰਦਾ ਹੈ ਸਪਸ਼ਟ ਹੋਵੇ ਜਿਹੜੀ ਚੀਜ਼, ਕਲੀਅਰ ਹੋਵੇ, ਕਿਸੇ ਵੀ ਚੀਜ਼ 'ਚ ਰੁਕੀ ਹੋਈ ਨਾ ਹੋਵੇ, ਨਾ ਬੰਨੀ ਹੋਈ ਨਾ ਹੋਵੇ। ਐਕੁਇਟ ਮਤਲਬ ਕਿ ਬਹਾਲ ਕਰ ਦੇਣਾ, ਛੱਡ ਦੇਣਾ, ਕਲੀਅਰ ਕਰ ਦੇਣਾ। ਇੱਥੇ ਅਕਿਊਜ਼ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਆਰੋਪ ਲਾਉਣਾ,
ਹੋਲਡ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਰੋਕ ਕੇ ਰੱਖਣਾ, ਬੰਨ੍ਹ ਕੇ ਰੱਖਣਾ। ਕਨਵਿਕਟ ਦਾ ਮਤਲਬ ਇਹ ਹੁੰਦਾ ਬੰਨ੍ਹ ਕੇ ਰੱਖਣਾ, ਅੰਦਰ ਰੱਖਣਾ। ਤਾਂ ਇੱਥੇ ਮਤਲਬ ਕਲੀਅਰ ਹੈ ਖੁੱਲ੍ਹਾ। ਅਗਲਾ ਵੇਖਦੇ ਹਾਂ ਰਿਵਾਈਵਲ। ਰਿਵਾਈਵਲ ਕੀ ਹੁੰਦਾ, ਜਿਵੇਂ ਪਬਜੀ ਦੇ ਵਿੱਚ ਰਿਵਾਈਵ ਕਰਦੇ ਨੇ, ਦੁਬਾਰਾ ਉਹਨੂੰ ਰਿਕਵਰ ਕਰਦੇ ਨੇ ਜਦੋਂ ਉਹਦੀ ਗੋਲੀ ਵੱਜ ਜਾਂਦੀ ਹੈ ਅਤੇ ਰਿਕਵਰਿੰਗ ਹੋ ਜਾਂਦੀ ਹੈ ਤਾਂ ਉਹ ਦੁਬਾਰਾ ਫਿਰ ਚੱਲ ਪੈਂਦਾ, ਰਿਵਾਈਵਲ ਹੁੰਦਾ। ਠੀਕ ਹੈ, ਰਿਕਵਰ ਕਰਨਾ। ਅਗਲਾ ਹੈ ਬੋਰ। ਬੋਰ ਹੋਈ ਜਾਣਾ। ਡਿਸਟਰੋਏ ਦਾ ਮਤਲਬ ਹੈ ਤਬਾਹੀ। ਡਲ ਦਾ ਮਤਲਬ ਹੈ ਬੇਕਾਰ ਜਾ। ਅਗਲਾ ਵੇਖਦੇ ਹਾਂ ਕੰਟੈਂਸ਼ੀਅਸ। ਕੰਟੈਂਸ਼ੀਅਸ ਦਾ ਮਤਲਬ ਹੁੰਦਾ ਜਿਹੜਾ ਆਪਾਂ ਕਹਿੰਦੇ ਨੇ ਵੀ ਲੜਾਈ ਦੀ ਜੜ ਹੈ। ਠੀਕ ਹੈ, ਲੜਾਈ ਕਰਾਉਂਦਾ ਜਿਹੜਾ ਬੰਦਾ। ਕੰਟਰੋਵਰਸ਼ੀਅਲ ਹੋਊਗਾ ਉਹ। ਠੀਕ ਹੈ, ਪੀਸੇਬਲ ਨਹੀਂ ਹੋਊਗਾ, ਸ਼ਾਂਤੀ ਵਾਲਾ ਨਹੀਂ ਹੋਊਗਾ। ਕੰਟੈਂਟ ਸੰਤੁਸ਼ਟ ਵੀ ਨਹੀਂ ਹੋਊਗਾ, ਕਾਮ ਵੀ ਨਹੀਂ ਹੋਊਗਾ, ਅਤੇ ਹੋਊਗਾ ਕੰਟਰੋਵਰਸ਼ੀਅਲ, ਜਿਹੜਾ ਕਿ ਹਮੇਸ਼ਾ ਕੁਛ ਨਾ ਕੁਛ ਇਹੀ ਗੱਲਾਂ ਕਹਿੰਦਾ ਰਹਿੰਦਾ ਹੈ ਅਤੇ ਜਿਹਦੇ ਨਾਲ ਮੁੱਦੇ ਬਣ ਜਾਂਦੇ ਨੇ, ਡਿਬੇਟ ਹੁੰਦੀ ਰਹਿੰਦੀ ਹੈ। ਤਾਂ ਕੰਟੈਂਸ਼ੀਅਸ ਕੋਈ ਵੀ ਚੀਜ਼ ਆ ਉਹ ਹੈਗੀ ਆ ਕੰਟਰੋਵਰਸ਼ੀਅਲ ਹੈ ਜਿਹੜੀ। ਅਗਲਾ ਵਰਡ ਵੇਖਦੇ ਹਾਂ ਕੌਨਵੋਲੂਟ। ਕੌਨਵੋਲੂਟ ਦਾ ਮਤਲਬ ਹੁੰਦਾ ਹੈ ਇੱਕ ਤਰ੍ਹਾਂ ਦੀ ਉਲਝਵੀਂ ਜੀ, ਕੰਪਲੀਕੇਟਡ ਚੀਜ਼ ਹੋਵੇ, ਉਲਝਾਵੀਂ ਜੀ ਹੋਵੇ। ਠੀਕ ਹੈ, ਜਿਵੇਂ ਕਿ ਸ਼ਬਦ ਹੀ ਹੈ ਕੌਨਵੋਲੂਟ। ਠੀਕ ਹੈ, ਉਲਝਵਾਂ ਜਿਹਾ ਲੱਗਦਾ। ਤਾਂ ਸਟ੍ਰੇਟ ਫਾਰਵਰਡ ਵੀ ਨਹੀਂ ਹੈ, ਕਲੀਅਰ ਵੀ ਨਹੀਂ ਹੈ, ਕੰਟਰੋਲਡ ਵੀ ਨਹੀਂ ਹੈ, ਕੰਪਲੀਕੇਟਡ ਇਹਦਾ ਸਿਨੋਨਿਮ ਹੈ। ਅਗਲਾ ਵੇਖਦੇ ਹਾਂ ਪਿਟੀ। ਆਪਾਂ ਕਹਿੰਦੇ ਗਿਵ ਹਿਮ ਪਿਟੀ, ਜਾਂ ਉਹਨੂੰ ਮਾੜੀ ਦਇਆ ਦੇ, ਦਇਆ ਹੁੰਦੀ ਹੈ। ਸਿੰਪਥੀ, ਹਮਦਰਦੀ ਦੇਣਾ। ਪਿਟੀ ਦਾ ਸਿਨੋਨਿਮ ਹੈ ਸਿੰਪਥੀ। ਕਰੂਐਲਿਟੀ ਵੀ ਨਹੀਂ ਹੈ, ਨਿਰਦਈ ਕਹਿ ਸਕਦੇ ਹਾਂ ਆਪਾਂ ਇਹਨੂੰ। ਮੈਰੀ, ਖੁਸ਼ ਵੀ ਨਹੀਂ ਹੈ, ਗਲੈਡ ਵੀ ਨਹੀਂ ਹੈ। ਪਿਟੀ ਦਾ ਸਿਨੋਨਿਮ ਹੈ ਸਿੰਪਥੀ। ਅਗਲਾ ਵੇਖਦੇ ਹਾਂ ਸਟਰੈਟਜੀ। ਸਟਰੈਟਜੀ ਦਾ ਮਤਲਬ ਕੋਈ ਵੀ ਸਟਰੈਟਜੀ ਬਣਾਉਂਦਾ ਅਗਲਾ, ਪਲਾਨ ਬਣਾ ਰਿਹਾ। ਕੋਈ ਸਟਰੇਂਜ ਸਟੋਰੀ ਨਹੀਂ ਹੁੰਦੀ ਹੈ, ਇਹ ਵੇ ਆਫ ਥਿੰਕਿੰਗ, ਸੋਚਣ ਦਾ ਢੰਗ ਨਹੀਂ ਹੁੰਦਾ, ਅਤੇ ਡਿਸਟਰਬੈਂਸ ਵੀ ਨਹੀਂ ਹੁੰਦੀ। ਇੱਕ ਪਲਾਨ ਹੁੰਦਾ ਸਟਰੈਟਜੀ ਦਾ ਸਿਨੋਨਿਮ ਹੈ ਇੱਕ ਪਲਾਨ। ਫੈਂਟਸੀ ਕੀ ਹੁੰਦਾ ਹੈ, ਇੱਕ ਇਮੈਜੀਨੇਸ਼ਨ ਹੁੰਦੀ ਹੈ। ਫੈਂਟਸੀ ਸਟੋਰੀਜ਼ ਹੁੰਦੀਆਂ ਨੇ, ਜਿਵੇਂ ਕੋਈ ਜੈਨੂਇਨ ਅਸਲੀ ਨਹੀਂ ਹੁੰਦੀ, ਸੁਪਰਬ ਕੋਈ ਵੱਡੀ ਵਧੀਆ ਚੀਜ਼ ਨਹੀਂ ਹੁੰਦੀ, ਐਕਸੈਂਟਰਿਕ ਵੀ ਨਹੀਂ ਹੁੰਦੀ, ਸਟਰੇਂਜ ਵੀ ਨਹੀਂ ਹੁੰਦੀ। ਇੱਕ ਇਮੈਜੀਨੇਸ਼ਨ ਕੀਤੀ ਜਾਂਦੀ, ਇਮੈਜੀਨਰੀ ਹੁੰਦੀ ਹੈ ਫੈਂਟਸੀ। ਅਗਲਾ ਔਡਰ। ਔਡਰ ਦਾ ਮਤਲਬ ਹੁੰਦਾ ਹੈ ਕਿਸੇ ਵੀ ਚੀਜ਼ ਦੀ ਆਪਾਂ ਵਾਸ਼ਨਾ ਆ ਰਹੀ ਹੈ, ਸਮੈਲ ਆ ਰਹੀ ਹੈ। ਨਾ ਟੇਸਟ ਹੁੰਦਾ, ਟੇਸਟ ਤਾਂ ਆਪਾਂ ਜੀਭ ਨਾਲ ਕਰਦੇ ਹਾਂ, ਬਹੁਤ ਅੱਖਾਂ ਨਾਲ ਵੇਖਦੇ ਹਾਂ, ਟੱਚ ਹੱਥਾਂ ਨਾਲ ਕਰਦੇ ਹਾਂ, ਅਤੇ ਸਮੈਲ ਜਿਹੜੀ ਉਹ ਨੱਕ ਨਾਲ ਕਰਦੇ ਹਾਂ। ਨੱਕ ਦੁਆਰਾ ਕੋਈ ਵੀ ਚੀਜ਼ ਜਿਹੜੀ ਸੁੰਘੀ ਜਾ ਰਹੀ ਹੈ ਉਹਨੂੰ ਆਪਾਂ ਸਮੈਲ ਨੂੰ ਔਡਰ ਕਹਿੰਦੇ ਹਾਂ। ਠੀਕ ਹੈ, ਸਮੈਲ ਸਿਨੋਨਿਮ ਕੀ ਹੈ ਇਹਦਾ, ਸਮੈਲ, ਔਡਰ ਦਾ ਸਮੈਲ। ਅਗਲਾ ਹੈ ਕੰਪੈਲ। ਕੰਪੈਲ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਧੱਕੇ ਨਾਲ ਕਰਵਾਉਣਾ, ਜ਼ੋਰ ਦੇ ਕੇ, ਫੋਰਸਫੁਲੀ। ਠੀਕ ਹੈ, ਜਿਸ ਦੇ ਉੱਤੇ ਕਿਸੇ ਚੀਜ਼ ਆਪਾਂ ਕਹਿੰਦੇ ਕੰਪੈਲ ਕਰ ਰਿਹਾ ਕਿ ਮੈਂ ਕੁਛ ਵੀ ਕਰਾਂ, ਕੋਈ ਵੀ ਕੰਮ ਕਰਵਾ ਰਿਹਾ ਧੱਕੇ ਨਾਲ। ਜਿਵੇਂ ਅੰਗਰੇਜ਼ ਇੰਡੀਆ ਵਾਲਿਆਂ ਤੋਂ ਕਰਾਉਂਦੇ ਸੀ, ਫੋਰਸ ਕਰਦੇ ਸੀ। ਫੋਰਸ ਇਸ ਦਾ ਜਿਹੜਾ ਸਿਨੋਨਿਮ ਹੈ। ਅਗਲਾ ਜਿਹੜਾ ਹੈਗਾ ਉਹ ਹੈ ਅਬਸਟਰੈਕਟ। ਅਬਸਟਰੈਕਟ ਦਾ ਮਤਲਬ ਹੁੰਦਾ ਕਿਸੇ ਵੀ ਚੀਜ਼ ਨੂੰ ਬਲੌਕ ਕਰਕੇ ਰੱਖਣਾ, ਰੋਕ ਕੇ ਰੱਖਣਾ। ਰਿਲੈਕਸ ਦਾ ਮਤਲਬ ਹੁੰਦਾ ਆਰਾਮ ਕਰਨਾ। ਸਰੈਂਡਰ ਦਾ ਮਤਲਬ ਹੁੰਦਾ ਕਿਸੇ ਨੂੰ ਆਪਣਾ ਜਿਹੜਾ ਸਮਰਪਣ ਕਰਨਾ, ਆਤਮ ਸਮਰਪਣ ਕਰ ਦੇਣਾ, ਹਾਰ ਜਾਣਾ। ਅਗਲਾ ਵੇਖਦੇ ਹਾਂ ਪ੍ਰੋਸਪੈਕਟ। ਪ੍ਰੋਸਪੈਕਟ ਜਿਵੇਂ ਆਪਾਂ ਸਕੂਲਾਂ ਕਾਲਜਾਂ ਦੇ ਵਿੱਚੋਂ ਲੈਂਦੇ ਹਾਂ, ਜਿਵੇਂ ਉਸ ਦੇ ਵਿੱਚ ਕੀ ਲਿਖਿਆ ਹੁੰਦਾ ਕਿ ਕੀ ਹੋਊਗਾ, ਕਿਵੇਂ ਸਿਸਟਮ ਹੋਊਗਾ। ਇੱਕ ਤਰ੍ਹਾਂ ਦਾ ਫੋਰਕਾਸਟ ਹੁੰਦਾ ਜਿਸ ਦੇ ਵਿੱਚ ਦੱਸਿਆ ਜਾਂਦਾ ਸਾਰੀ ਡਿਟੇਲ ਕੀ ਹੋਊਗਾ। ਪ੍ਰੋਸਪੈਕਟ ਨੇ ਜਿਹੜੇ ਕੋਈ ਵੀ ਕੰਪਨੀ ਬਣਾਉਂਦੀ ਹੈ, ਬਿਜ਼ਨਸ ਵਾਲੇ ਨੇ ਜਿਹੜੇ, ਉਹ ਪ੍ਰੋਸਪੈਕਟ ਬਣਾ ਕੇ ਰੱਖਦੇ ਨੇ ਵੀ ਕਿਸ ਤਰ੍ਹਾਂ ਹੋਊਗਾ, ਕਿਵੇਂ ਹੋਊਗਾ। ਤਾਂ ਜਿਹੜਾ ਫੋਰਕਾਸਟ ਕਰਦੇ ਨੇ ਉਹ ਵੀ ਇਸ ਤਰ੍ਹਾਂ ਚੱਲੂਗਾ ਫਿਊਚਰ ਦੇ ਵਿੱਚ। ਤਾਂ ਉਹ ਰਿਸਕ ਵੀ ਨਹੀਂ ਹੈਗਾ, ਕੋਈ ਜੋਖਮ, ਹੋਪਲੈਸ ਵੀ ਨਹੀਂ ਹੈ, ਨਾ ਉਮੀਦ ਵੀ, ਅਤੇ ਲਾਇਬਿਲਿਟੀ ਵੀ ਨਹੀਂ ਹੈ, ਰਿਸਪੋਂਸੀਬਿਲਿਟੀ ਵੀ ਨਹੀਂ ਹੈ। ਅਤੇ ਉਹ ਹੈਗੀ ਹੈ ਫੋਰਕਾਸਟ, ਭਵਿੱਖਬਾਣੀ, ਜਾਂ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਅੱਗੇ ਬਾਰੇ, ਫਿਊਚਰ ਬਾਰੇ। ਅਗਲਾ ਵੇਖਦੇ ਹਾਂ ਕਰੈਕਟ। ਕਰੈਕਟ ਦਾ ਮਤਲਬ ਕੀ ਹੁੰਦਾ, ਸਹੀ ਹੁੰਦਾ। ਇਨਕਰੈਕਟ ਵੀ ਨਹੀਂ ਹੈ, ਅਨਸਕਰੂਪਲੈਸ ਵੀ ਨਹੀਂ ਹੈ। ਅਨਸਕਰੂਪਲੈਸ ਦਾ ਮਤਲਬ ਹੁੰਦਾ ਇੱਕ ਇਮੋਰਲ ਜੀ ਚੀਜ਼ ਹੋਵੇ ਜਿਹੜੀ। ਠੀਕ ਹੈ, ਇਮੋਰਲ ਮਤਲਬ ਕਿ ਮੌਲਿਕ ਨਾ ਹੋਵੇ। ਇਰੈਗੂਲਰ ਹੁੰਦੀ ਹੈ ਅਲੱਗ, ਰੈਗੂਲਰ ਨਾ ਹੋਵੇ, ਇਰੈਗੂਲਰ ਹੋਵੇ। ਕੰਕਰੀਟ ਹੈ ਜਿਹੜੀ ਉਹ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਵੀ ਉਹ ਠੀਕ ਹੈ, ਸਹੀ ਹੈ। ਠੀਕ ਹੈ, ਕਰੈਕਟ ਹੈ। ਅਗਲਾ ਵੇਖਦੇ ਹਾਂ ਸਕੋਰਨ। ਸਕੋਰਨ ਦਾ ਮਤਲਬ ਇਹ ਹੁੰਦਾ, ਜਿਹੜਾ ਆਪਸ਼ਨ ਹੈ ਉਹ ਗਲਤ ਟਿਕ ਹੋਇਆ ਹੈ। ਸਕੋਰਨ ਦਾ ਮਤਲਬ ਇਹ ਹੁੰਦਾ ਕੋਈ ਵੀ ਇਹੋ ਜਿਹੀ ਆਪਣੀ ਫੀਲਿੰਗ ਹੋਵੇ ਕਿਸੇ ਵਾਸਤੇ ਜਦੋਂ ਆਪਾਂ ਨੇ ਉਸਨੂੰ ਨੀਵਾਂ ਦਿਖਾਉਣਾ ਹੋਵੇ, ਇਨਫੀਰੀਅਰ ਦਿਖਾਉਣਾ ਹੋਵੇ। ਅਤੇ ਕੰਟੈਂਪਟ ਹੁੰਦਾ ਇਸ ਦਾ ਮਤਲਬ ਇੱਕ ਇਹੋ ਜਿਹੀ ਆਪਣੀ ਸਿਚੁਏਸ਼ਨ ਹੁੰਦੀ ਹੈ ਜਿਸ ਦੇ ਵਿੱਚ ਆਪਾਂ ਦੂਸਰੇ ਨੂੰ ਮਾੜਾ ਕਹਿਣਾ ਚਾਹੁੰਦੇ ਹਾਂ ਜਾਂ ਉਸ ਨਾਲ ਮਾੜਾ ਦਿਖਾਉਂਦੇ ਹਾਂ, ਨੀਵਾਂ ਦਿਖਾਉਂਦੇ ਹਾਂ। ਠੀਕ ਹੈ, ਕੰਟੈਂਪਟ। ਸਕੋਰਨ ਦਾ ਮਤਲਬ ਇਹ ਹੁੰਦਾ। ਐਡਮਾਇਰ ਵੀ ਨਹੀਂ ਹੋਊਗਾ ਕੋਈ ਦੀ, ਉਹ ਕਦੇ ਵੀ ਪ੍ਰੇਜ਼ ਨਹੀਂ ਕਰੂਗਾ, ਐਡਮਾਇਰ ਨਹੀਂ ਕਰੂਗਾ। ਹੋਲਡ ਵੀ ਨਹੀਂ ਹੁੰਦਾ, ਅਤੇ ਐਕਸੈਪਟੈਂਸ ਤਾਂ ਨਹੀਂ ਹੁੰਦੀ ਬਿਲਕੁਲ ਵੀ, ਕੰਟੈਂਪਟ ਹੋਊਗਾ। ਅਗਲਾ ਵੇਖਦੇ ਹਾਂ ਪਾਇਨੈਂਟ। ਪਾਇਨੈਂਟ ਹੈ ਜਿਹੜਾ, ਇਸ ਦਾ ਮਤਲਬ ਕੀ ਹੁੰਦਾ ਹੈ, ਪਾਇਨੈਂਟ ਹੈ ਜਿਹੜਾ ਉਹ ਇਮੋਸ਼ਨਸ ਦੇ ਨਾਲ ਜੁੜਿਆ ਹੋਇਆ, ਇਮੋਸ਼ਨਲੀ ਹੋਵੇ, ਮੈਂਟਲ ਸੈਂਸੇਸ਼ਨ ਜੀ ਹੁੰਦੀ ਹੈ ਜਿਸ ਦੇ ਵਿੱਚ ਸਟਰੋਂਗ ਮਤਲਬ ਕਿ ਦਿਮਾਗ ਨੂੰ
ਝੰਚਰਾਹਟ ਹੀ ਲੱਗ ਜਾਂਦੀ ਹੈ। ਹਾਰਟ ਬ੍ਰੇਕਿੰਗ ਹੁੰਦਾ ਇੱਕ ਤਰ੍ਹਾਂ ਦਾ, ਪ੍ਰੇਜ਼ਡ ਵੀ ਨਹੀਂ ਹੁੰਦਾ ਕਿਸੇ ਦੀ ਤਾਰੀਫ, ਜੈਂਟਲ ਵੀ ਨਹੀਂ ਹੁੰਦਾ, ਚੀਅਰਫੁਲ ਵੀ ਨਹੀਂ ਹੁੰਦਾ, ਇੱਕ ਹਾਰਟ ਬ੍ਰੇਕਿੰਗ ਸਿਚੁਏਸ਼ਨ ਜੀ ਹੁੰਦੀ ਹੈ, ਇੱਕ ਤਰ੍ਹਾਂ ਦੀ ਸੈਂਸੇਸ਼ਨ ਕਹਿ ਸਕਦੇ ਹਾਂ, ਇਮੋਸ਼ਨਲੀ ਮੂਵਮੈਂਟ ਜਿਹੜੀ ਉਹ ਹੁੰਦੀ ਹੈ। ਅਗਲਾ ਵੇਖਦੇ ਹਾਂ ਲੂਡੀਕਰਸ। ਲੂਡੀਕਰਸ ਦਾ ਮਤਲਬ ਕੀ ਹੈ, ਇੱਕ ਹਾਸੀ ਮਜ਼ਾਕ ਵਾਲੀ ਜਦੋਂ ਸਿਚੁਏਸ਼ਨ ਹੁੰਦੀ ਹੈ, ਚੀਜ਼ ਹੁੰਦੀ ਹੈ, ਜਾਂ ਕੋਈ ਵੀ ਗੱਲਬਾਤ ਹੁੰਦੀ ਹੈ, ਲੂਡੀਕਰਸ ਕਹਿੰਦੇ ਨੇ। ਜਦੋਂ ਆਪਾਂ ਲੁੱਡੀਆਂ ਪਾਉਣ ਲੱਗ ਗਿਆ, ਐਂ ਵੀ ਯਾਦ ਰੱਖ ਸਕਦੇ ਇਹਨੂੰ। ਲੂਡੀਕਰਸ ਮਤਲਬ ਹੈ ਕੋਈ ਵੀ ਲੌਜੀਕਲ ਜੀ ਗੱਲ ਨਾ ਹੋਵੇ, ਵੈਸੇ ਹੀ ਬੇਤੁਕੀ ਗੱਲ ਕਰਤੀ ਅਤੇ ਰਿਡੀਕੂਲ ਜੀ ਹੋ ਜਾਂਦੀ ਹੈ, ਜਿਵੇਂ ਰਿਡੀਕੂਲਸ ਬਣ ਜਾਂਦੀ ਹੈ, ਠੀਕ ਹੈ, ਹਾਸੀ ਮਜ਼ਾਕ ਵਾਲੀ ਕਹਿ ਸਕਦੇ ਹਾਂ। ਲੂਡੀਕਰਸ ਦਾ ਸਿਨੋਨਿਮ ਹੈ ਰਿਡੀਕਿਊਲਸ। ਅਗਲਾ ਹੈ ਡਿਲੀਸ਼ੀਅਸ। ਡਿਲੀਸ਼ੀਅਸ ਦਾ ਮਤਲਬ ਆਪਾਂ ਕਹਿੰਦੇ ਬਹੁਤ ਹੀ ਡਿਲੀਸ਼ੀਅਸ ਹੈ ਇਹ ਜਿਹੜੀ ਡਿਸ਼ ਹੈ, ਟੇਸਟੀ ਹੈ, ਠੀਕ ਹੈ, ਅਨਪਲੀਜ਼ੈਂਟ ਵੀ ਨਹੀਂ ਹੈ, ਬਲੈਂਡ ਵੀ ਨਹੀਂ ਹੈ, ਹੌਰੀਬਲ ਵੀ ਨਹੀਂ ਹੈ, ਠੀਕ ਹੈ। ਬਲੈਂਡ ਦਾ ਮਤਲਬ ਕੀ ਹੁੰਦਾ ਹੈ, ਇੱਕ ਇਰੀਟੇਟ ਕਰਨ ਵਾਲੀ, ਕਿਸੇ ਵੀ ਤੰਗ ਜੀ ਕਰਨ ਵਾਲੀ, ਪਰੇਸ਼ਾਨ ਜੀ ਕਰਨ ਵਾਲੀ ਚੀਜ਼ ਹੁੰਦੀ ਹੈ, ਠੀਕ ਹੈ। ਬਲੈਂਡ, ਹੌਰੀਬਲ ਡਰਾਵਨੀ ਹੁੰਦੀ ਹੈ, ਅਨਪਲੀਜ਼ੈਂਟ ਹੁੰਦੀ ਹੈ, ਅਨਸੁਖਾਵੀ। ਅਤੇ ਟੇਸਟੀ ਕੀ ਹੈ, ਇੱਕ ਤਰ੍ਹਾਂ ਦੀ ਡਿਲੀਸ਼ੀਅਸ ਜੀ ਚੀਜ਼ ਆਪਾਂ ਕਹਿੰਦੇ ਡਿਲੀਸ਼ੀਅਸ, ਟੇਸਟੀ ਹੈ। ਅਗਲਾ ਵੇਖਦੇ ਹਾਂ ਰਿਚੁਅਲ। ਰਿਚੁਅਲ ਕੀ ਹੁੰਦੇ ਨੇ, ਇੱਕ ਰੀਤੀਆਂ ਹੁੰਦੀਆਂ ਨੇ, ਆਪਣੇ ਰੀਤੀ ਰਿਵਾਜ਼ ਹੁੰਦੇ ਨੇ। ਆਪਾਂ ਕੋਈ ਵੀ ਮੌਸਮ ਆਵੇ ਉਸ ਦੇ ਵਿੱਚ, ਜਿਵੇਂ ਸਾਉਣ ਆ ਜਾਂਦਾ, ਆਪਾਂ ਮੱਥਾ ਟੇਕਣ ਜਾਂਦੇ, ਰਿਚੁਅਲਸ ਕਰਦੇ ਨੇ। ਇੱਕ ਤਰ੍ਹਾਂ ਦਾ ਆਪਾਂ ਉਹਨੂੰ ਜਦੋਂ ਮੱਥਾ ਟੇਕਣ ਜਾਂਦੇ, ਗੁੱਗਾ ਆ ਜਾਂਦਾ ਜਾਂ ਕੋਈ ਹੋਰ ਨੈਣਾ ਦੇਵੀ ਜਾਂਦੇ ਹਾਂ, ਇੱਕ ਤਰ੍ਹਾਂ ਦਾ ਪ੍ਰੋਸੀਜਰ ਹੁੰਦਾ ਉੱਥੇ ਜਾਣ ਦਾ, ਕੀ ਲੈ ਕੇ ਜਾਣਾ, ਕੀ ਪਹਿਨ ਕੇ ਜਾਣਾ। ਤਾਂ ਇੱਕ ਤਰ੍ਹਾਂ ਦਾ ਰਿਚੁਅਲਸ ਨੇ, ਉਹਦੇ ਵਿੱਚ ਆਪਣੇ ਪ੍ਰੋਸੀਜਰਸ ਆ ਜਾਂਦੇ ਨੇ, ਕਿਵੇਂ ਕਰਨਾ ਹੈ ਕੋਈ ਵੀ ਕੰਮ। ਉਸ ਦੀ ਰਸਮ ਹੈ ਜਿਹੜੀ, ਜਿਵੇਂ ਹਵਨ ਹੁੰਦੇ ਨੇ ਜਾਂ ਵਿਆਹ ਵੇਲੇ ਆਪਣੇ ਲਾਵਾਂ ਹੁੰਦੀਆਂ ਨੇ, ਤਾਂ ਉਹਦੀ ਰਸਮ ਹੈ, ਪ੍ਰੋਸੀਜਰ ਕੀ ਹੈ ਨਾ, ਰਿਚੁਅਲਸ ਕੀ ਨੇ ਆਪਣੀਆਂ। ਤਾਂ ਡਿਸਕੋਰਡ ਵੀ ਨਹੀਂ ਹੈ, ਨਿਗਲੈਕਟ ਵੀ ਨਹੀਂ ਹੈ, ਕਿਸੇ ਨੂੰ ਨਿਗਲੈਕਟ ਕਰਨਾ, ਇਗਨੋਰ ਕਰਨਾ। ਵਾਈਜ਼ ਵੀ ਨਹੀਂ ਹੈ, ਇੱਕ ਸਿਆਣਪ ਜਾਂ ਗਿਆਨਵਾਨ ਹੁੰਦਾ ਜਿਹੜਾ, ਵਾਈਜ਼ ਵੀ ਨਹੀਂ ਹੈ, ਕੋਈ ਸਿਆਣਪ ਵੀ ਨਹੀਂ ਹੈ। ਅਗਲਾ ਡਿਸਅਪੀਅਰ। ਡਿਸਅਪੀਅਰ ਦਾ ਮਤਲਬ ਹੁੰਦਾ ਹੈ ਇੱਕ ਚੀਜ਼ ਅਪੀਅਰ ਹੋ ਰਹੀ ਹੁੰਦੀ ਹੈ, ਸਾਹਮਣੇ ਹੁੰਦੀ ਹੈ। ਡਿਸਅਪੀਅਰ ਦਾ ਮਤਲਬ ਹੋ ਜਾਂਦਾ ਵੀ ਜੇ ਉਹ ਸਾਹਮਣੇ ਨਹੀਂ ਹੈ, ਉਹ ਛੁਪ ਜਾਂਦੀ ਹੈ, ਲੁਕ ਜਾਂਦੀ ਹੈ। ਤਾਂ ਫੇਡ ਹੋ ਜਾਣਾ। ਫੇਡ ਦਾ ਮਤਲਬ ਕੀ ਹੁੰਦਾ ਹੈ, ਧੁੰਦਲਾ ਆ ਜਾਣਾ ਜਾਂ ਕਿਸੇ ਵੀ ਚੀਜ਼ ਦਾ ਪਰੇ ਹੋ ਜਾਣਾ, ਠੀਕ ਹੈ। ਵਿਗਿਨ ਦਾ ਮਤਲਬ ਸ਼ੁਰੂ ਕਰਨਾ ਨਹੀਂ ਹੁੰਦਾ, ਇਨਕਰੀਜ਼ ਵਧਾਉਣਾ ਵੀ ਨਹੀਂ ਹੁੰਦਾ, ਰਿਮੇਨ ਉੱਚੀ ਰੱਖਣਾ ਵੀ ਨਹੀਂ ਹੈ। ਫੇਡ ਦਾ ਮਤਲਬ ਕਿਸੇ ਵੀ ਚੀਜ਼ ਦਾ ਡਿਸਅਪੀਅਰ ਹੋ ਜਾਣਾ। ਅਗਲਾ ਵੇਖਦੇ ਹਾਂ ਪੈਨਿਕ। ਪੈਨਿਕ ਦਾ ਮਤਲਬ ਹੁੰਦਾ ਇੱਕ ਸਿਚੁਏਸ਼ਨ ਹੋ ਜਾਂਦੀ ਹੈ, ਡਰ ਜਿਹੇ ਜਾਂਦੇ ਆਪਾਂ, ਹੈ ਨਾ, ਤਾਂ ਉੱਥੇ ਆਪਾਂ ਪੈਨਿਕ ਹੋ ਜਾਂਦੇ ਹਾਂ ਵੀ ਹੁਣ ਕੀ ਕਰੀਏ, ਕਿੱਥੇ ਜਾਈਏ, ਜਾਂ ਮੇਲੇ 'ਚ ਕੋਈ ਖੋ ਜਾਂਦਾ ਜਵਾਕ ਜਿਵੇਂ, ਉਦੋਂ ਤਾਂ ਸਕੇਅਰਡ ਹੋ ਜਾਂਦਾ, ਡਰ ਜਾਂਦਾ ਉਹ। ਨਾ ਤਾਂ ਉਹ ਬੰਡਰ ਹੁੰਦਾ ਵੀ ਕਿਆ ਬਾਤ ਹੈ, ਨਾ ਉਹ ਸ਼ਾਂਤ ਹੁੰਦਾ ਵੀ ਕੋਈ ਚੱਕਰ ਨਹੀਂ, ਨਾ ਉਹ ਬਰੇਵ ਹੁੰਦਾ ਵੀ ਦੇਖੀ ਜਾਊਗੀ। ਅਤੇ ਸਕੇਅਰਡ ਹੋ ਜਾਂਦਾ, ਡਰ ਜਾਂਦਾ, ਇਹੋ ਜਿਹੀ ਸਿਚੁਏਸ਼ਨ ਵਿੱਚ ਪੈਨਿਕ ਹੋ ਜਾਂਦਾ। ਅਗਲਾ ਵੇਖਦੇ ਹਾਂ ਫਰੈਂਡਲੀ। ਫਰੈਂਡਲੀ ਦਾ ਮਤਲਬ ਹੈ ਇੱਥੇ ਦੇਖੋ ਐਮੀਏਬਲ ਹੈ। ਐਮੀਏਬਲ ਦਾ ਮਤਲਬ ਹੁੰਦਾ ਹੈ ਕੋਈ ਵੀ ਆਪਾਂ ਜਦੋਂ ਦੋ ਦੋਸਤਾਂ ਦੇ ਵਿੱਚ ਵਧੀਆ ਦੋਸਤੀ ਹੋਵੇ, ਠੀਕ ਹੈ, ਚਾਹੇ ਦੋ ਗਰੁੱਪ ਹੋਣ, ਚਾਹੇ ਦੋ ਦੇਸ਼ ਹੋਣ, ਰਿਲੇਸ਼ਨਸ ਹੁੰਦੇ ਨੇ ਉਹਨਾਂ ਦੇ ਵਧੀਆ ਹੋਣ, ਐਮੀਏਬਲ ਹੋਣ, ਫਰੈਂਡਲੀ ਹੋਣ। ਜਿਹੜਾ ਐਮੀਏਬਲ ਹੈ ਉਹ ਜ਼ਿਆਦਾਤਰ ਫੋਰਮਲ ਵੇ ਦੇ ਨਾਲ ਯੂਜ਼ ਕੀਤਾ ਜਾਂਦਾ, ਜਿਵੇਂ ਕਿ ਦੇਸ਼ਾਂ ਦੇ ਵਿੱਚ ਪਾਕਿਸਤਾਨ ਅਤੇ ਜਿਵੇਂ ਇੰਡੀਆ ਦੇ ਐਮੀਏਬਲ ਰਿਲੇਸ਼ਨਸ ਨਹੀਂ ਨੇ। ਅਲੂਫ ਦਾ ਮਤਲਬ ਕੀ ਹੁੰਦਾ ਹੈ, ਇਹ ਇੱਕ ਤਰ੍ਹਾਂ ਦਾ ਸਿੰਪਥੀ ਨਹੀਂ ਹੁੰਦੀ, ਆਪਾਂ ਦੂਰੋਂ ਵੇਖ ਕੇ ਆਪਾਂ ਜੇ ਕੋਈ ਚੀਜ਼ ਹੋ ਰਹੀ ਹੈ ਨਾ, ਆਪਾਂ ਦੂਰੋਂ ਦੇਖ ਕੇ ਲੰਘ ਜਾਂਦੇ ਹਾਂ, ਕਿਸੇ ਵੀ ਚੀਜ਼ ਵਾਸਤੇ ਆਪਣੀ ਕੋਈ ਹਮਦਰਦੀ ਨਹੀਂ ਹੈ, ਇੱਕ ਤਰ੍ਹਾਂ ਦੀ ਉਹ ਚੀਜ਼ ਹੁੰਦੀ ਹੈ, ਮਤਲਬ ਕਿ ਦੂਰੋਂ ਹੀ ਦੇਖ ਕੇ ਆਪਾਂ ਦੂਰ ਹੋ ਜਾਂਦੇ ਹਾਂ, ਪਰੇ ਹੋ ਜਾਂਦੇ ਹਾਂ, ਅਲੂਫ। ਅਗਲਾ ਵੇਖਦੇ ਹਾਂ ਪੈਸੀਫਾਈ। ਪੈਸੀਫਾਈ ਦਾ ਮਤਲਬ ਹੁੰਦਾ ਹੈ ਜੋ ਪੀਸ ਲੈ ਕੇ ਆਉਂਦਾ, ਸ਼ਾਂਤੀ ਲੈ ਕੇ ਆਉਂਦਾ, ਠੀਕ ਹੈ, ਸ਼ਾਂਤੀ ਪਸੰਦ ਜੋ ਇਨਸਾਨ ਹੁੰਦਾ ਉਹ ਪੈਸੀਫਾਈ ਹੁੰਦਾ। ਅਤੇ ਇੱਥੇ ਦਾ ਮਤਲਬ ਹੈ ਸੂਦ। ਸੂਦ ਦਾ ਮਤਲਬ ਵੀ ਹੁੰਦਾ ਸ਼ਾਂਤ ਅਤੇ ਸ਼ਾਂਤੀ ਪਸੰਦ, ਇਰੀਟੇਟ ਵੀ ਨਹੀਂ ਹੈ, ਪ੍ਰਵੋਕ ਵੀ ਨਹੀਂ ਹੈ, ਅਤੇ ਐਗਰਾਵੇਟ ਵੀ ਨਹੀਂ ਹੈ। ਐਗਰਾਵੇਟ ਦਾ ਮਤਲਬ ਕੀ ਹੁੰਦਾ ਹੈ, ਜਿਹੜੀ ਕਿ ਬਹੁਤ ਹੀ ਜ਼ਿਆਦਾ ਅਫੈਂਸਿਵ ਜੀ ਹੋਵੇ, ਠੀਕ ਹੈ, ਵਾਰਸ ਹੋਵੇ, ਮਤਲਬ ਕਿ ਜਿਹੜੀ ਭਿਆਨਕ ਜੀ, ਬੇਕਾਰ ਜੀ ਲਾ ਲਓ, ਅਤੇ ਅਨਐਕਸੈਪਟੇਬਲ ਹੋਵੇ, ਠੀਕ ਹੈ, ਉਹ ਹੁੰਦੀ ਹੈ ਐਗਰਾਵੇਟ। ਅਫੈਂਸਿਵ ਜੀ ਹੋਵੇ, ਜਿਹਦੇ ਵਿੱਚ ਇਰੀਟੇਟ ਵੀ ਨਹੀਂ ਹੈ, ਪ੍ਰਵੋਕ ਵੀ ਨਹੀਂ ਹੈ, ਕਿਸੇ ਚੀਜ਼ ਨੂੰ ਕਿਸੇ ਵਾਸਤੇ ਐਕਸਾਈਟਡ ਕਰਨਾ। ਅਗਲਾ ਵੇਖਦੇ ਹਾਂ ਰਿਪਲ। ਰਿਪਲ ਦਾ ਮਤਲਬ ਕੀ ਹੁੰਦਾ, ਇੱਕ ਤਰ੍ਹਾਂ ਦੀ ਜਦੋਂ ਪਾਣੀ ਦੇ ਉੱਤੇ ਕੁਛ ਵੀ ਆਪਾਂ ਪਾਣੀ ਦੇ ਵਿੱਚ ਸੁੱਟ ਦਿੰਦੇ ਹਾਂ, ਵੇਵਜ਼ ਨਿਕਲਦੀਆਂ ਨੇ ਆਲੇ ਦੁਆਲੇ ਨੂੰ ਗੋਲਾਈ ਦੇ ਵਿੱਚ, ਹੈ ਨਾ, ਤਾਂ ਜਿਹੜੀ ਉਹ ਵੇਵਜ਼ ਨੇ ਪਾਣੀ ਦੇ ਉੱਤੇ, ਸਰਫੇਸ ਦੇ ਉੱਤੇ, ਤਾਂ ਉਹ ਵੇਵਜ਼ ਨੂੰ ਕਹਿੰਦੇ ਨੇ ਰਿਪਲ, ਠੀਕ ਹੈ। ਰਿਪਲ ਦਾ ਇੱਥੇ ਸਿਨੋਨਿਮ ਕੀ ਹੋ ਜੂਗਾ, ਵੇਵ। ਟੀਅਰ ਅਪਾਰਟ ਤੋੜ ਦੇਣਾ ਵੀ ਨਹੀਂ ਹੈ, ਕੱਟ ਦੇਣਾ, ਅਤੇ ਡਰੋਪ ਬਾਏ ਡਰੋਪ ਵੀ ਨਹੀਂ ਹੈ, ਅਤੇ ਬ੍ਰੇਕ ਡਾਊਨ ਵੀ ਨਹੀਂ ਹੈ, ਹਰਾ ਦੇਣਾ ਵੀ ਨਹੀਂ ਹੈ। ਅਗਲਾ ਵੇਖਦੇ ਹਾਂ ਐਕਸਾਈਟਿੰਗ। ਐਕਸਾਈਟਿੰਗ ਦਾ ਮਤਲਬ ਹੁੰਦਾ ਹੈ ਜਿਸ ਦੇ ਵਿੱਚ
ਐਕਸਾਈਟਡ ਜਿਹੇ ਹੁੰਦੇ ਹਾਂ ਬਹੁਤ ਜ਼ਿਆਦਾ, ਥ੍ਰਿਲਿੰਗ ਜਿਹਾ ਹੁੰਦਾ ਹੈ, ਬੋਰਿੰਗ ਨਹੀਂ ਹੁੰਦੇ, ਆਪਾਂ ਬੋਰ ਨਹੀਂ ਹੁੰਦੇ, ਡੱਲ ਵੀ ਨਹੀਂ ਹੁੰਦਾ, ਉਹ ਇੱਕ ਭੱਦੀ ਜਿਹੀ ਵੀ ਚੀਜ਼ ਨਹੀਂ ਹੁੰਦੀ, ਅਨਸਟੀਮੂਲੇਟਿੰਗ ਵੀ ਨਹੀਂ ਹੁੰਦੀ। ਠੀਕ ਹੈ, ਥ੍ਰਿਲਿੰਗ ਹੁੰਦੀ ਹੈ, ਮੂਵੀਜ਼ ਹੁੰਦੀਆਂ ਨੇ ਜਿਵੇਂ ਐਕਸਾਈਟ ਕਰ ਦਿੰਦੀਆਂ ਨੇ ਆਪਣੀ ਇਮੈਜੀਨੇਸ਼ਨ ਨੂੰ ਵੀ ਇਹ ਕਿਵੇਂ ਹੋ ਗਿਆ, ਥ੍ਰਿਲਿੰਗ ਜਿਹੀ ਹੁੰਦੀ ਹੈ ਵੀ ਇਹ ਕਿਵੇਂ ਹੋ ਗਿਆ, ਥ੍ਰਿਲਿੰਗ।